ਹੁਣ ਆਪਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੇ ਨਾਲ ਇਤਿਹਾਸ ਦੇ ਨਾਲ ਸਾਂਝ ਪਾਉਣੀ ਕਰੀਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਆਪ ਜੀ ਨੇ ਕੱਲ੍ਹ ਸ਼ਰਵਣ ਕੀਤਾ। ਗੁਰੂ ਪਾਤਸ਼ਾਹ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ। ਗੁਰੂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ। ਹੁਣ ਸਤਿਗੁਰੂ ਜੀ ਜਦੋਂ 75 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਆ ਗੁਰੂ ਅਮਰਦਾਸ ਮਹਾਰਾਜ, ਉਸ ਵਕਤ ਬਾਬਾ ਦਾਤੂ ਜੀ ਨੇ ਵਿਰੋਧਤਾ ਕੀਤੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੀ। ਵੈਸੇ ਕੱਲ੍ਹ ਨੂੰ ਵਿਚਾਰ ਜਿਹੜੀ ਵਿਰੋਧਤਾ ਵਾਲੀ ਆ ਉਹ ਆਪਾਂ ਸਾਂਝੀ ਵੀ ਕਰਾਂਗੇ, ਕਿਉਂ ਵਿਰੋਧਤਾ ਕੀਤੀ। ਮੈਂ ਥੋੜ੍ਹਾ ਜਿਹਾ ਸੰਗਤ ਨੂੰ ਦੱਸ ਦੇਵਾਂ ਵੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਵੱਡੇ ਪੁੱਤਰ ਬਾਬਾ ਦਾਤੂ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਿਰੋਧਤਾ ਤਾਂ ਕੀਤੀ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਵਿਰਾਜਮਾਨ ਕਰ ਦਿੱਤਾ ਸੀ, ਸੁਭਾਏਮਾਨ ਕਰ ਦਿੱਤਾ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਤੇ ਬਾਬਾ ਦਾਤੂ ਜੀ ਆਗਿਆ ਨਹੀਂ ਮੰਨੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ। ਦੇਖੋ, ਗੁਰੂ ਨਾਨਕ ਦੇ ਘਰ ਦੇ ਵਿੱਚ ਆਗਿਆ ਮੰਨਣ ਵਾਲੇ ਨੂੰ ਸਤਿਕਾਰਿਆ ਗਿਆ ਹੈ। ਸੱਤ ਬਚਨ ਦੇ ਧਾਰਨੀ ਮਨੁੱਖ ਨੂੰ ਸਤਿਕਾਰਿਆ ਗਿਆ ਹੈ। ਇੱਥੇ ਹੁਕਮ ਮੰਨਣ ਵਾਲੇ ਨੂੰ ਸਤਿਕਾਰ ਦਿੱਤਾ ਗਿਆ ਹੈ। ਜਿਨ੍ਹਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ ਉਹਨਾਂ ਨੂੰ ਇੱਥੇ ਸਤਿਕਾਰ ਨਹੀਂ ਦਿੱਤਾ ਗਿਆ। ਕਹਿਣ ਦਾ ਭਾਵ ਗੁਰਤਾ ਗੱਦੀ ਤੇ ਸੁਭਾਏਮਾਨ ਉਹਨਾਂ ਨੂੰ ਕੀਤਾ ਗਿਆ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਸੁਭਾਏਮਾਨ ਕੀਤਾ। ਉਸ ਵਕਤ ਬਾਬਾ ਦਾਤੂ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਢੂਹੇ ਦੇ ਵਿੱਚ ਲੱਤ ਮਾਰ ਦਿੱਤੀ ਸੀ। ਤਖਤ ਤੇ ਬੈਠਿਆਂ ਦੇ ਨਾ ਪਿੱਛੇ ਦੀ ਆ ਕੇ ਢੂਹੇ ਦੇ ਵਿੱਚ ਗੋਡਾ ਮਾਰਿਆ ਸੀ ਵੀ ਤੂੰ ਸਾਡੇ ਪਿਤਾ ਦੀ ਗੱਦੀ ਤੇ ਕਿਉਂ ਬੈਠ ਗਿਆ। ਇਸ ਵਕਤ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਿਤ ਨਾ ਸਮਝਿਆ ਇਸ ਗੱਲ ਨੂੰ ਵੀ ਸਾਡੇ ਆਪਸ ਵਿੱਚ ਭਰਾਵਾਂ ਦੇ ਵਿੱਚ ਕੋਈ ਫੁੱਟ ਨਾ ਪੈ ਜਾਵੇ, ਆਪਸੀ ਪਾੜ ਨਾ ਪੈ ਜਾਵੇ ਸਾਡੇ ਵਿੱਚ, ਕਿਉਂਕਿ ਦੋਨੇ ਗੁਰੂ ਦੇ ਪੁੱਤਰ ਨੇ, ਗੁਰੂ ਦੇ ਸਿੱਖ ਨੇ। ਗੁਰੂ ਅਮਰਦਾਸ ਮਹਾਰਾਜ ਜੀ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਗੁਰਸਿੱਖ ਨੇ ਤੇ ਬਾਬਾ ਦਾਤੂ ਜੀ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਪੁੱਤਰ ਵੀ ਨੇ ਤੇ ਨਾਲ ਦੀ ਨਾਲ ਗੁਰਸਿੱਖ ਵੀ ਨੇ। ਇਹ ਗੁਰੂ ਅਮਰਦਾਸ ਮਹਾਰਾਜ ਜੀ ਇੱਥੋਂ ਫਿਰ ਬਾਸਰ ਕੇ ਨਗਰ ਬਿਨਾਂ ਸੰਗਤਾਂ ਨੂੰ ਦੱਸਿਆਂ ਚਲੇ ਆਏ ਸੀ। ਆਪਦੇ ਨਿੱਜੀ ਘਰ ਦੇ ਵਿੱਚ ਕਹਿ ਲਈਏ, ਆਪਦੇ ਪਰਿਵਾਰ ਕੋਲ ਚਲੇ ਆਏ। ਹੁਣ ਸੰਗਤਾਂ ਨੂੰ ਜਦੋਂ ਪਤਾ ਚੱਲਿਆ, ਸੰਗਤਾਂ ਬੜੀਆਂ ਵਿਆਕੁਲ ਹੋਈਆਂ ਗੁਰੂ ਦੇ ਦਰਸ਼ਨਾਂ ਨੂੰ। ਬੜੀ ਤਾਂਘ ਮਨ ਦੇ ਵਿੱਚ ਗੁਰੂ ਦੇ ਦਰਸ਼ਨਾਂ ਦੀ ਸੰਗਤਾਂ ਦੇ ਮਨ ਦੇ ਵਿੱਚ। ਦੂਰ ਦਰਾਡਿਆਂ ਤੋਂ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਆਉਣ ਲੱਗੀਆਂ ਸੀ। ਸਾਰੀਆਂ ਸੰਗਤਾਂ ਨੇ ਬਾਬਾ ਬੁੱਢਾ ਜੀ ਨਾਲ ਰਾਏ ਕੀਤੀ, ਬਾਬਾ ਜੀ ਗੁਰੂ ਅਮਰਦਾਸ ਮਹਾਰਾਜ ਜੀ ਆਪਦੇ ਘਰ ਪਰਿਵਾਰ ਕੋਲ ਚਲੇ ਗਏ ਆ, ਕਿਉਂ ਨਾ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ। ਬਾਬਾ ਦਾਤੂ ਜੀ ਨੂੰ ਵੀ ਬਹੁਤੀਆਂ ਸੰਗਤਾਂ ਨੇ, ਬਾਬਾ ਬੁੱਢਾ ਜੀ ਵਰਗਿਆਂ ਨੇ ਕਿਹਾ ਤੁਸੀਂ ਇੱਦਾਂ ਨਹੀਂ ਕਰਨਾ, ਅਸੀਂ ਗਲਤ ਕੀਤਾ ਤੁਸੀਂ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਆ ਗਈਆਂ। ਤੇ ਇਸ ਵਕਤ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਹਰ ਦਰਵਾਜ਼ੇ ਤੇ ਕਮਰੇ ਦੇ ਵਿੱਚ ਬੈਠ ਕੇ ਲਿਖ ਦਿੱਤਾ ਸੀ ਵੀ ਜਿਹੜਾ ਦਰਵਾਜ਼ੇ ਨੂੰ ਭੰਨ ਕੇ ਜਾਂ ਤੋੜ ਕੇ ਜਾਂ ਲਾ ਕੇ ਉਤਾਰ ਕੇ ਜਾਂ ਖੋਲ੍ਹ ਕੇ ਕਿਸੇ ਵੀ ਤਰੀਕੇ ਦੇ ਨਾਲ ਦਰਵਾਜ਼ੇ ਨੂੰ ਖੋਲ੍ਹ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰੂਗਾ ਕਮਰੇ ਦੇ ਅੰਦਰ, ਉਹ ਗੁਰੂ ਕਾ ਸਿੱਖ ਨਹੀਂ ਹੋਵੇਗਾ। ਤੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜਿਨ੍ਹਾਂ ਦਾ ਅੱਜ ਦੇ ਦਿਨ ਜਨਮ ਦਿਹਾੜਾ ਵੀ ਹੈ, ਮੈਂ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਵਧਾਈਆਂ ਦਿੰਦਾ ਜੀ। ਅੱਜ ਦੇ ਦਿਨ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਹੈ। ਅੱਜ ਦੇ ਦਿਨ ਉਹਨਾਂ ਨੇ ਇਸ ਦੁਨੀਆ ਦੇ ਅੰਦਰ ਆਉਣਾ ਕੀਤਾ ਸੀ। ਤੇ ਬਾਬਾ ਬੁੱਢਾ ਜੀ ਨੇ ਫਿਰ ਵਿਚਾਰ ਕੀਤੀ ਵੀ ਕਿਉਂ ਨਾ ਪਿੱਛੇ ਦੀ ਸੰਨ ਲਾ ਕੇ ਕਮਰੇ, ਦੇਖੋ ਅੱਗੇ ਦਰਵਾਜ਼ੇ 'ਤੇ ਲਿਖਿਆ ਨਾ ਵੀ ਜਿਹੜਾ ਦਰਵਾਜ਼ੇ ਨੂੰ ਖੋਲ੍ਹ ਕੇ ਕਿਸੇ ਵੀ ਤਰੀਕੇ ਦੇ ਨਾਲ ਅੰਦਰ ਆਉਣ ਦੀ ਕੋਸ਼ਿਸ਼ ਕਰੂ, ਦਰਵਾਜ਼ਾ ਨਹੀਂ ਛੇੜਨਾ, ਉਹ ਗੁਰੂ ਕਾ ਸਿੱਖ ਨਹੀਂ। ਤੇ ਬਾਬਾ ਬੁੱਢਾ ਜੀ ਨੇ ਫਿਰ ਖਿਆਲ ਕੀਤਾ, ਸੰਗਤ ਨਾਲ ਵਿਚਾਰ ਕੀਤੀ ਵੀ ਪਿੱਛੇ ਦੀ ਪਾੜ ਲਾ ਕੇ ਕਮਰੇ ਦੇ ਵਿੱਚ ਆਪਾਂ ਅੰਦਰ ਚਲੇ ਜਾਂਦੇ ਹਾਂ। ਅੱਜ ਬਾਸਰ ਕੇ ਨਗਰ ਜਾਓਗੇ ਨਾ ਗੁਰੂ ਅਮਰਦਾਸ ਜੀ ਦੇ, ਉੱਥੇ ਸੰਨ ਸਾਹਿਬ ਗੁਰਦੁਆਰਾ ਸਾਹਿਬ ਆ, ਉੱਥੋਂ ਦਾ ਇਤਿਹਾਸ ਪੜ੍ਹ ਕੇ ਦੇਖਿਓ ਕਦੇ। ਫਿਰ ਅੰਦਰ ਚਲੇ ਗਏ। ਇੱਥੇ ਸਾਵਣ ਮੱਲ ਗੁਰੂ ਪਾਤਸ਼ਾਹ ਜੀ ਦੇ ਪਿਆਰੇ ਸਿੱਖ, ਗੁਰੂ ਅਮਰਦਾਸ ਜੀ ਦੇ ਬੜੇ ਪਿਆਰ ਵਾਲੇ ਸਿੱਖ ਹੋਇਆ ਭਾਈ ਸਾਵਣ ਮੱਲ, ਜਿਨ੍ਹਾਂ ਨੂੰ ਬਾਬਾ ਸਾਵਣ ਮੱਲ ਵੀ ਕਿਹਾ ਜਾਂਦਾ।
ਉਹ ਨਾਲ ਹੈ ਬਾਬਾ ਬੁੱਢਾ ਜੀ ਤੇ ਬਾਬਾ ਬੁੱਢਾ ਜੀ ਨੇ ਆਪ ਅੰਦਰ ਜਾ ਕੇ ਬੇਨਤੀ ਕੀਤੀ। ਬਾਬਾ ਸਾਬਣ ਮੱਲ ਜੀ ਅੰਦਰ ਗਏ ਗੁਰੂ ਅਮਰਦਾਸ ਜੀ ਦੇ ਕੋਲ, ਸਾਰਿਆਂ ਨੇ ਰਲ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਦਰਸ਼ਨਾਂ ਨੂੰ ਸੰਗਤਾਂ ਤੜਫ ਰਹੀਆਂ ਨੇ, ਇੱਕ ਵਾਰ ਬਾਹਰ ਆ ਕੇ ਸੰਗਤ ਨੂੰ ਦਰਸ਼ਨ ਜ਼ਰੂਰ ਦੇਵੋ। ਗੁਰੂ ਅਮਰਦਾਸ ਜੀ ਉਸ ਕਮਰੇ ਦੇ ਵਿੱਚੋਂ ਪ੍ਰਕਾਸ਼ ਹੋਏ, ਬਾਹਰ ਆਏ, ਸੰਗਤ ਨੂੰ ਦਰਸ਼ਨ ਦੇ ਕੇ ਤਾਰਨਾ ਕੀਤਾ। ਇਹਨਾਂ ਦਿਨਾਂ ਦੇ ਵਿੱਚ ਫਿਰ ਸੰਗਤ ਵਾਪਸ ਗੁਰੂ ਸਾਹਿਬ ਜੀ ਨੂੰ ਗੋਇੰਦਵਾਲ ਸਾਹਿਬ ਲੈ ਗਈ। ਮਹਾਰਾਜ ਤੁਸੀਂ ਗੋਇੰਦਵਾਲ ਸਾਹਿਬ ਦੁਬਾਰਾ ਚੱਲੋ, ਉੱਥੇ ਜਾ ਕੇ ਸੰਗਤਾਂ ਤੁਹਾਡੇ ਦਰਸ਼ਨ ਕਰਨ ਨੂੰ ਬੜੀਆਂ ਆਉਂਦੀਆਂ, ਬੜਾ ਦਰਬਾਰ ਦੇ ਵਿੱਚ ਚਹਿਲ ਪਹਿਲ ਰਹਿੰਦੀ ਆ ਸੰਗਤਾਂ ਨਾਲ, ਤੁਸੀਂ ਜ਼ਰੂਰ ਉੱਥੇ ਵਿਰਾਜੋ ਆ ਕੇ। ਬਾਬਾ ਬੁੱਢਾ ਜੀ ਵਰਗਿਆਂ ਨੇ ਬੇਨਤੀ ਕੀਤੀ, ਗੁਰੂ ਅਮਰਦਾਸ ਜੀ ਚਲੇ ਗਏ ਦੁਬਾਰਾ ਗੋਇੰਦਵਾਲ ਸਾਹਿਬ। ਅੱਜ ਗੋਇੰਦਵਾਲ ਸਾਹਿਬ ਦੇ ਵਿੱਚ ਬੜੀਆਂ ਦੂਰ ਦਰਾਡੇ ਤੋਂ ਸੰਗਤਾਂ ਆਉਣ ਲੱਗੀਆਂ ਤੇ ਸੰਗਤਾਂ ਦੇ ਰਹਿਣ ਵਾਸਤੇ ਐਂ ਕਹਿ ਲਈਏ ਇੱਕ ਵੱਡਾ ਦਰਬਾਰ ਬਣਾਉਣ ਦੀ ਜ਼ਰੂਰਤ ਸੀ, ਜਿੱਥੇ ਰਾਤ ਨੂੰ ਵਿਸ਼ਰਾਮ ਕਰ ਸਕਦੀਆਂ ਸੰਗਤਾਂ। ਉਹਨਾਂ ਟਾਈਮਾਂ 'ਤੇ ਲੱਕੜ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਸੀ, ਲੱਕੜਾਂ ਦੇ ਘਰ ਬਣਾਏ ਜਾਂਦੇ ਸੀ। ਇੱਟ ਦੀ ਬੜੀ ਕਿੱਲਤ ਹੁੰਦੀ ਸੀ, ਬੜੀ ਦਿੱਕਤ ਕਹਿ ਲਈਏ। ਇੱਟਾਂ ਨਹੀਂ, ਉਦੋਂ ਪੱਕੀਆਂ ਇੱਟਾਂ ਤਾਂ ਬਿਲਕੁਲ ਨਹੀਂ ਹੁੰਦੀਆਂ ਸੀ, ਕੱਚੀ ਮਿੱਟੀ ਜਾਂ ਲੱਕੜ ਦੀ ਹੀ ਵਰਤੋਂ ਕੀਤੀ ਜਾਂਦੀ ਮਕਾਨ ਬਣਾਉਣ ਵਾਸਤੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੰਗਤਾਂ ਨੇ, ਮਹਾਰਾਜ ਇੱਕ ਵੱਡਾ ਆਪਾਂ ਹਾਲ ਰੂਪ ਦੇ ਵਿੱਚ ਕਮਰਾ ਬਣਾਈਏ, ਜਿੱਥੇ ਸੰਗਤਾਂ ਆ ਕੇ ਵਿਸ਼ਰਾਮ ਕਰ ਲਿਆ ਕਰਨ। ਤੇ ਮਹਾਰਾਜ ਜੀ ਨੇ ਫਿਰ ਬਾਬਾ ਸਾਬਣ ਮੱਲ ਜੀ ਨੂੰ ਕਿਹਾ, ਕਹਿੰਦੇ ਸਾਬਣ ਮੱਲ ਜੀ ਤੁਸੀਂ ਇੱਦਾਂ ਕਰੋ, ਦੱਖਣ ਦੇਸ਼ ਵੱਲ ਚਲੇ ਜਾਓ, ਉੱਥੇ ਹਰੀਪੁਰ ਦਾ ਰਾਜਾ ਹੈ, ਹਰੀਪੁਰ ਦਾ ਰਾਜਾ ਹਰੀਦਾਸ, ਜਿਹਦਾ ਨਾਂ ਇਤਿਹਾਸ ਦੇ ਵਿੱਚ ਜਾਂ ਬਹੁਤਿਆਂ ਨੇ ਹਰੀ ਚੰਦ ਵੀ ਲਿਖਿਆ ਹੋਇਆ। ਮਹਾਰਾਜ ਕਹਿੰਦੇ ਉਹਦੇ ਕੋਲ ਚਲੇ ਜਾਓ, ਜਾ ਕੇ ਤੁਸੀਂ ਉਹਨਾਂ ਨੂੰ ਬੇਨਤੀ ਕਰਿਓ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਭੇਜਿਆ ਤੇ ਲੱਕੜ ਦੀ ਬੜੀ ਜ਼ਰੂਰਤ ਹੈ, ਕਿਉਂਕਿ ਉਹ ਜੰਗਲੀ ਇਲਾਕਾ ਸੀ, ਜੰਗਲੀ ਪਹਾੜੀ ਇਲਾਕਾ, ਤੇ ਪਹਾੜੀ ਇਲਾਕੇ ਦੇ ਵਿੱਚ ਲੱਕੜ ਬਹੁਤ ਮਿਲ ਜਾਂਦੀ ਸੀ। ਤੇ ਮਹਾਰਾਜ ਕਹਿੰਦੇ ਤੁਸੀਂ ਐਂ ਕਰੋ, ਉੱਥੇ ਚਲੇ ਜਾਓ ਤੇ ਉੱਥੋਂ ਲੱਕੜ ਲੈ ਕੇ ਆਓ। ਜਿੱਧਰੋਂ ਐਂ ਕਹਿ ਲਈਏ ਸਤਲੁਜ ਦਰਿਆ ਵਹਿੰਦਾ ਸੀ ਗੋਇੰਦਵਾਲ ਸਾਹਿਬ ਵੱਲ ਨੂੰ, ਜਿਹੜੇ ਸਤਲੁਜ ਨਦੀ ਸੀ ਨਾ, ਦਰਿਆ ਸੀ, ਉਹ ਪਹਾੜਾਂ ਦੇ ਵਿੱਚੋਂ ਜਿੱਧਰੋਂ ਵਹਿੰਦਾ ਸੀ ਨਾ, ਹਰੀਪੁਰ ਨਗਰ ਉੱਧਰ ਸੀ, ਗੋਇੰਦਵਾਲ ਸਾਹਿਬ ਵੱਲ ਆਉਂਦਾ ਸੀ ਉਹੀ ਦਰਿਆ। ਤੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਭੇਜਿਆ, ਉੱਥੋਂ ਜਾਣ ਤੋਂ ਪਹਿਲਾਂ ਬਾਬਾ ਸਾਬਣ ਮੱਲ ਜੀ ਨੇ ਇੱਕ ਵਿਚਾਰ ਕੀਤੀ, ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗਿਆ, ਮਹਾਰਾਜ ਉਹ ਲੋਕ ਮੂਰਤੀ ਪੂਜਕ ਨੇ, ਪਹਾੜੀ ਲੋਕ ਨੇ ਨਾ ਜਿੰਨੇ, ਉਹ ਗੁਰੂ ਤੇ ਵਿਸ਼ਵਾਸ ਨਹੀਂ ਕਰਦੇ, ਉਹ ਗੁਰੂ ਤੇ ਭਰੋਸਾ ਨਹੀਂ ਕਰਦੇ, ਉਹ ਮੂਰਤੀਆਂ ਪੂਜਕ ਨੇ, ਉਹ ਪੱਥਰਾਂ ਨੂੰ ਪੂਜਦੇ ਆ। ਮਹਾਰਾਜ ਉਹਨਾਂ ਨੇ ਸਾਡੀ ਗੱਲ ਇੱਦਾਂ ਮੰਨਣੀ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ। ਸਤਿਗੁਰਾਂ ਨੇ ਬਾਬਾ ਸਾਬਣ ਮੱਲ ਜੀ ਦੇ ਸਿਰ ਤੇ ਹੱਥ ਰੱਖਿਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਾਓ ਭਾਈ ਸਾਹਿਬ ਜੀ, ਜੋ ਵੀ ਬਚਨ ਰਸਨਾ ਦੇ ਵਿੱਚੋਂ ਕਰ ਦੇਵੋਗੇ ਗੁਰੂ ਨਾਨਕ ਤੁਹਾਡੇ ਤੇ ਕਿਰਪਾ ਕਰੇਗਾ, ਰਾਜਾ ਆਪੇ ਮੰਨ ਜਾਊ ਸਾਰੀਆਂ ਗੱਲਾਂ। ਉਹ ਇਲਾਕੇ ਦੀਆਂ ਸੰਗਤਾਂ ਆਪੇ ਗੁਰੂ ਨਾਨਕ ਦੇ ਦਰ ਨਾਲ ਜੁੜਨਗੀਆਂ, ਤੁਸੀਂ ਜਾਓ, ਜਾ ਕੇ ਸੇਵਾ ਨਿਭਾਓ। ਇਹ ਚਲੇ ਗਏ। ਇੱਕ ਦਿਨ ਬਾਬਾ ਸਾਬਣ ਮੱਲ ਜੀ ਪਹੁੰਚ ਗਏ ਹਰੀਪੁਰ ਜਾ ਕੇ। ਉੱਥੇ ਸੰਗਤ ਜੀ ਮੈਂ ਗੱਲ ਕੀਤੀ ਆ, ਉਹ ਹਿੰਦੂ ਮਤ ਨਾਲ ਜੁੜੇ ਹੋਏ ਲੋਕ ਸੀ, ਮੂਰਤੀਆਂ ਨੂੰ ਪੂਜਦੇ ਸੀ ਜਾਂ ਪੱਥਰ ਪੂਜਕ ਕਹਿ ਲਈਏ, ਹਿੰਦੂ ਮਤ ਦੇ ਲੋਕ ਪਹਾੜੀ ਇਲਾਕੇ ਦੇ। ਉੱਥੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਬਾਬਾ ਸਾਬਣ ਮੱਲ ਜੀ ਉੱਥੇ ਪਹੁੰਚੇ ਆ, ਉੱਥੇ ਬੜਾ ਪਖੰਡ ਚੱਲ ਰਿਹਾ ਸੀ ਉਸ ਸਮੇਂ 'ਤੇ। ਕੀ ਪਖੰਡ? ਇਕਾਦਸ਼ੀ ਦਾ ਵਰਤ ਰੱਖਿਆ ਜਾਂਦਾ ਸੀ, ਜਿਵੇਂ ਆਪਾਂ ਏਕੋਂ ਕਹਿ ਦਿੰਦੇ ਹਾਂ ਨਾ, ਮਾਫ ਕਰਿਓ ਅੱਜ ਇਹ ਪਖੰਡਵਾਦ ਸਾਡੇ ਅੰਦਰ ਵੀ ਹੈ, ਸਾਡੇ ਸਿੱਖਾਂ 'ਚ ਹੋਣਾ ਨਹੀਂ ਚਾਹੀਦਾ। ਗੁਰੂ ਅਮਰਦਾਸ ਜੀ ਦੇ ਬਚਨ ਨੂੰ ਕਦੇ ਪੜ੍ਹੋ। ਸਤਿਗੁਰੂ ਜੀ ਨੇ ਫਿਰ ਹਰੀਪੁਰ ਦੇ ਰਾਜੇ ਹਰੀ ਚੰਦ ਨੂੰ ਸਮਝਾਇਆ ਸੀ, ਰਾਜਾ ਇਹ ਵਰਤਾਂ ਬੁਰਤਾਂ ਦੇ ਵਿੱਚ ਕੁਝ ਨਹੀਂ ਪਿਆ, ਜਿਹੜੇ ਵਰਤਾਂ ਦੇ ਵਿੱਚ ਤੂੰ ਉਲਝਿਆ ਹੋਇਆ ਨਾ, ਸਿੱਖ ਹੋਣਾ ਜ਼ਰੂਰੀ ਹੈ ਤੇਰੇ ਲਈ, ਇਹ ਵਰਤਾਂ ਦੇ ਵਿੱਚ ਕੁਝ ਨਹੀਂ ਪਿਆ ਜਿਹੜਾ ਤੂੰ ਲੋਕਾਂ ਨੂੰ ਉੱਥੇ ਤੰਗ ਪਰੇਸ਼ਾਨ ਕਰਦਾ। ਬੜਾ ਤੰਗ ਕਰਦਾ ਸੀ ਉਸ ਦਿਨ ਲੋਕਾਂ ਨੂੰ। ਉਹਨੇ ਇਹ ਹੁਕਮ ਕੀਤਾ ਸੀ ਵੀ ਇਕਾਦਸ਼ੀ ਦੇ ਦਿਨ, ਏਕੋਂ ਦੇ ਦਿਨ ਕਿਸੇ ਨੇ ਵੀ ਚੁੱਲ੍ਹਾ ਨਹੀਂ ਜਲਾਉਣਾ, ਅੱਗ ਨਹੀਂ ਮਚਾਉਣੀ, ਇੱਥੋਂ ਤੱਕ ਦਾ ਹੁਕਮ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁਝ ਵੀ ਬਣਾਉਣਾ ਨਹੀਂ, ਕਹਿਣ ਦਾ ਭਾਵ ਅੱਗ ਨਹੀਂ ਬਾਲਣੀ ਸੀ। ਤੇ ਹੁਣ ਮੈਂ ਨਾਲ ਦੀ ਨਾਲ ਗੱਲ ਕਰ ਲਵਾਂ, ਮੈਂ ਅੱਜ ਸ਼ਾਇਦ ਡਾਇਰੀ ਪੜ੍ਹੀ ਸੀ ਸਵੇਰੇ, ਕੱਲ੍ਹ ਨੂੰ ਵੀ ਕਰਵਾ ਚੌਥ ਦੇ ਵਰਤ ਹੈ ਜੀ। ਤੇ ਮੈਂ ਇੱਕੋ ਇੱਕ ਬੇਨਤੀ ਕਰਾਂ, ਦੇਖੋ ਹਿੰਦੂ ਮੱਤ ਦੇ ਵਿੱਚ ਜੋ ਕੁਝ ਚੱਲਦਾ ਉਹ ਸਤਿਕਾਰਯੋਗ ਆ, ਉਹ ਕਰਨ, ਸਾਨੂੰ ਨਹੀਂ ਉਹਦੇ ਨਾਲ ਕੋਈ ਦਿੱਕਤ, ਕਿਉਂਕਿ ਉਹਨਾਂ ਦੇ ਮੱਤ ਦੇ ਅਨੁਸਾਰ ਆ, ਉਹਨਾਂ ਦੇ ਧਰਮ ਦੇ ਅਨੁਸਾਰ ਹੈ। ਪਰ ਮੈਂ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਇੱਕ ਬੇਨਤੀ ਕਰਦਾ ਹੱਥ ਜੋੜ ਕੇ,
ਸਾਡਾ ਇਹ ਕੁਝ ਲੈਣਾ ਦੇਣਾ ਨਹੀਂ ਇਹਨਾਂ ਚੀਜ਼ਾਂ ਦੇ ਨਾਲ। ਜੇ ਸਿੱਖਾਂ ਦੀਆਂ ਧੀਆਂ ਨੇ, ਸਿੱਖਾਂ ਦੇ ਘਰਾਂ ਦੇ ਵਿੱਚ ਜੰਮੀਆਂ ਜਿਹੜੀਆਂ ਭੈਣਾਂ, ਗੁਰੂ ਨਾਨਕ ਜੀ ਦਾ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਚਨ ਪੜ੍ਹ ਲਿਓ। ਮਹਾਰਾਜ ਜੀ ਦਾ ਤਾਂ ਬਚਨ ਇੱਥੋਂ ਤੱਕ ਹੈ, ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਹੁਣ ਆਪ ਜੀ ਆਪੇ ਸਿਆਣੇ ਹੋ, ਮੈਨੂੰ ਅਗਲਾ ਬਚਨ ਬੋਲਣ ਦੀ ਜ਼ਰੂਰਤ ਨਹੀਂ, ਮੈਂ ਤਾਂ ਬਾਣੀ ਦੀ ਪੰਗਤੀ ਆਪ ਜੀ ਨਾਲ ਦੱਸ ਦਿੱਤੀ। ਸਤਿਗੁਰੂ ਜੀ ਕਹਿੰਦੇ ਛੋਡੇ ਅੰਨ ਕਰੇ ਪਖੰਡ, ਇਹਨੂੰ ਪਖੰਡ ਕਿਹਾ ਗੁਰੂ ਨਾਨਕ ਨੇ ਤਾਂ। ਨਾ ਸੁਹਾਗਣ ਨਾ ਉਹ ਰੰਡ। ਹੁਣ ਸਿੱਖਾਂ ਦੀਆਂ ਧੀਆਂ ਜ਼ਰੂਰ ਸਮਝੋ ਇਸ ਗੱਲ ਨੂੰ, ਰਹੋ ਵਿਚਾਰ। ਹੁਣ ਉਸ ਦਿਨ ਦੇ ਵਿੱਚ ਸਤਿਗੁਰੂ ਜੀ ਦੇ ਜਦੋਂ ਪਿਆਰੇ ਸਾਵਣ ਮੱਲ ਹਰੀਪੁਰ ਪਹੁੰਚਦੇ ਆ ਨਾ, ਹਰੀਚੰਦ ਰਾਜੇ ਕੋਲ, ਤੇ ਉੱਥੋਂ ਦੇ ਰਾਜੇ ਨੇ ਇੱਕ ਇਕਾਦਸ਼ੀ ਦਾ ਵਰਤ ਰਖਾਇਆ ਹੋਇਆ ਲੋਕਾਂ ਨੂੰ। ਤੇ ਬਾਬਾ ਸਾਵਣ ਮੱਲ ਜੀ ਕਹਿੰਦੇ ਭਾਈ ਨਾਲ ਦੇ ਗੁਰਸਿੱਖ ਜਿਹੜੇ ਹੋਰ ਵੀ ਬੜੇ ਗਏ ਆ ਨਾਲ, ਪਿਆਰੇ ਸੰਗਤ ਗਈ ਹੈ ਲੱਕੜ ਲੈਣ ਵਾਸਤੇ, ਉਹਨਾਂ ਨੂੰ ਕਹਿਣ ਲੱਗੇ ਮਹਾਰਾਜ ਕਹਿੰਦੇ ਪ੍ਰਸ਼ਾਦਾ ਪਾਣੀ ਤਿਆਰ ਕਰੀਏ ਭਾਈ। ਕਹਿੰਦੇ ਜੀ ਬਿਲਕੁਲ। ਤੇ ਸਾਰਿਆਂ ਨੇ ਰਲ ਕੇ ਅੱਗ ਬਾਲ ਲਈ। ਕਹਿੰਦੇ ਅੱਗ ਬਾਲੀ, ਜਦੋਂ ਇਹ ਅੱਗ ਬਾਲਣ ਦੇ ਨਾਲ ਸਜ਼ਾ ਦਿੱਤੀ ਗਈ ਹਰੀਚੰਦ ਰਾਜੇ ਵੱਲੋਂ, ਹਰੀਪੁਰ ਦੇ ਰਾਜੇ ਵੱਲੋਂ, ਉਹ ਬਾਬਾ ਸਾਵਣ ਮੱਲ ਜੀ ਨੂੰ ਤੇ ਜਿੰਨੀਆਂ ਸੰਗਤਾਂ ਗੁਰਸਿੱਖ ਨਾਲ ਨੇ ਸਾਰਿਆਂ ਨੂੰ ਫੜ ਕੇ ਕੈਦਖਾਨੇ 'ਚ ਦੇਤਾ ਵੀ ਤੁਹਾਨੂੰ ਪਤਾ ਨਹੀਂ ਇਹ ਹਰੀਪੁਰ ਰਾਜੇ ਦਾ ਇੱਥੇ ਹੁਕਮ ਹੈ ਵੀ ਇੱਥੇ ਕਿਸੇ ਨੇ ਵੀ ਅੱਗ ਨਹੀਂ ਬਾਲਣੀ ਇਸ ਦਿਨ। ਉਹ ਬਾਬਾ ਸਾਵਣ ਮੱਲ ਜੀ ਕਹਿੰਦੇ ਜੀ ਪਹਿਲੀ ਗੱਲ ਤਾਂ ਸਾਨੂੰ ਪਤਾ ਕੋਈ ਨਹੀਂ ਸੀ, ਚਲੋ ਸਾਨੂੰ ਪਤਾ ਨਹੀਂ ਸੀ ਵੀ ਅੱਗ ਬਾਲਣੀ ਹੈ ਇਸ ਇਲਾਕੇ ਦੇ ਵਿੱਚ ਆ ਕੇ ਜਾਂ ਨਹੀਂ ਬਾਲਣੀ। ਦੂਜੀ ਗੱਲ, ਉਹ ਕਿਉਂ ਨਹੀਂ ਬਾਲੀ ਜਾਂਦੀ ਅੱਗ? ਕਹਿੰਦੇ ਵੀ ਇਕਾਦਸ਼ੀ ਦਾ ਵਰਤ ਰੱਖਿਆ ਜਾਂਦਾ ਸਾਰਿਆਂ ਵੱਲੋਂ, ਰਾਜਾ ਖੁਦ ਵੀ ਰੱਖਦਾ, ਸਾਰੀ ਪ੍ਰਜਾ ਵੀ ਰੱਖਦੀ ਆ ਉਸ ਦਿਨ। ਤੇ ਬਾਬਾ ਸਾਵਣ ਮੱਲ ਜੀ ਕਹਿੰਦੇ ਇਹ ਪਖੰਡ ਹੈ। ਹੁਣ ਦੇਖੋ ਜਿਹਨੇ ਸੱਚ ਬੋਲ ਦਿੱਤਾ ਉਹਦੇ ਤੇ ਡੰਡਾ ਚੜੂ ਹੀ ਚੜੂ ਸੰਗਤ ਜੀ, ਇਹ ਤਾਂ ਪਤਾ ਹੀ ਹੈ, ਅੱਜ ਵੀ ਹੈ। ਜੇ ਮੇਰੇ ਵਰਗਾ ਕੋਈ ਸੱਚੀ ਗੱਲ ਕਹਿ ਦਿੰਦਾ ਸੁਣਨ ਵਾਲੇ ਨੂੰ, ਕਿਸੇ ਨੂੰ, ਚਲੋ ਉਹ ਮੇਰੇ ਵਰਗੇ ਦੇ ਜੀਵਨ 'ਚ ਆਪਦੇ ਘਾਟ ਹੁੰਦੀ ਹੈ ਜਿਹੜੇ ਨੂੰ ਸੁਣਨ 'ਚ ਦੁੱਖ ਲੱਗ ਜਾਂਦਾ, ਪਰ ਉਹ ਨਾਲ ਦੀ ਨਾਲ ਉਹਦੇ ਤੇ ਫਤਵਾ ਵੀ ਲੱਗ ਜਾਂਦਾ। ਇੱਦਾਂ ਹੀ ਬਾਬਾ ਸਾਵਣ ਮੱਲ ਜੀ ਨੇ ਜਦੋਂ ਕਹਿਤਾ ਨਾ, ਕਹਿੰਦਾ ਵੀ ਇਹ ਪਖੰਡ ਹੈ, ਤੇ ਹਰੀਚੰਦ ਰਾਜਾ ਕਹਿੰਦਾ ਵੀ ਇਹਨੂੰ ਫੜ ਕੇ ਅੰਦਰ ਦਿਓ ਕੈਦ ਦੇ ਵਿੱਚ। ਤੇ ਬਾਬਾ ਸਾਵਣ ਮੱਲ ਜੀ ਨੂੰ ਅੰਦਰ ਜੇਲ੍ਹ ਦੇ ਵਿੱਚ ਕਰ ਦਿੱਤਾ ਨਾਲ ਸੰਗਤਾਂ। ਤੇ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦਾ ਰਹਿਮਤ ਭਰਿਆ ਹੱਥ ਸਿਰ ਤੇ ਜਿਹਦੇ ਟਿਕਿਆ ਹੋਵੇ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਸੀ, ਕਹਿੰਦੇ ਤੈਨੂੰ ਡਰ ਕਿਸੇ ਪ੍ਰਕਾਰ ਦਾ ਨਹੀਂ, ਅਸੀਂ ਤੇਰੇ ਨਾਲ ਖਲੋਵਾਂਗੇ ਹਰ ਵਕਤ। ਉਹ ਰਾਜੇ ਨੂੰ ਸਮਝਾ ਬੁਝਾ ਕੇ ਇੱਕ ਦਿਨ ਆਪਾਂ ਗੁਰੂ ਨਾਨਕ ਦੇ ਦਰ ਨਾਲ ਜੋੜਨਾ ਉਹਦੀ ਸਾਰੀ ਪ੍ਰਜਾ ਨੂੰ, ਨਾਲੇ ਲੱਕੜ ਦੀ ਸੇਵਾ ਉਹਦੇ ਤੋਂ ਲੈਣੀ ਆ ਸਾਰੀ ਆਪਾਂ। ਤੇ ਕਹਿੰਦੇ ਇਹਨਾਂ ਦਿਨਾਂ ਦੇ ਵਿੱਚ ਹੀ ਹਫ਼ਤਾ, ਇਤਿਹਾਸ ਦੇ ਵਿੱਚ ਲਿਖਿਆ ਵੀ ਹਫ਼ਤਾ 10 ਦਿਨ ਬਾਬਾ ਸਾਵਣ ਮੱਲ ਜੀ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਉੱਥੇ ਨਾਲ ਗੁਰਸਿੱਖਾਂ ਨੂੰ। ਤੇ ਉਹਨਾਂ ਦਿਨਾਂ ਦੇ ਵਿੱਚ ਰਾਜੇ ਹਰੀਚੰਦ ਦਾ ਪੁੱਤਰ ਬਿਮਾਰ ਹੋ ਗਿਆ, ਜਿਹਨੂੰ ਹੈਜੇ ਦੀ ਬਿਮਾਰੀ ਹੋ ਗਈ। ਹੁਣ ਜਦੋਂ ਬਿਮਾਰ ਪੈ ਗਿਆ, ਪਲੰਘ ਤੇ ਮਰਨ ਕਿਨਾਰੇ ਹੋ ਗਿਆ, ਉਦੋਂ ਵਿੱਚੋਂ ਜਿਹੜੇ ਸੂਝਵਾਨ ਸੀ ਉਹਦੀ ਪ੍ਰਜਾ ਦੇ ਵਿੱਚ ਕਹਿ ਲਈਏ, ਉਹਨਾਂ ਨੇ ਕਿਹਾ, ਕਹਿੰਦੇ ਵੀ ਰਾਜਾ ਜਿਹੜੇ ਫਕੀਰ ਜਿਹੜੇ ਗੁਰਸਿੱਖ ਤੂੰ ਫੜ ਕੇ ਅੰਦਰ ਕੀਤੇ ਹੋਏ ਆ ਨਾ, ਜਿਸ ਦਿਨ ਦੇ ਉਹ ਅੰਦਰ ਕੀਤੇ ਉਸ ਦਿਨ ਦਾ ਹੀ ਤੇਰਾ ਪੁੱਤਰ ਬਿਮਾਰ ਪਿਆ ਮੰਜੇ ਦੇ ਵਿੱਚ, ਕਿਉਂ ਨਾ ਉਹਨਾਂ ਨੂੰ ਬਾਹਰ ਕੱਢ ਦਈਏ ਆਪਾਂ। ਹੁਣ ਰਾਜਾ ਆਪਦੀ ਪ੍ਰਜਾ ਨੂੰ ਜਾਂ ਆਪਦੇ ਵਜ਼ੀਰਾਂ ਨੂੰ, ਸੈਨਾਪਤੀਆਂ ਨੂੰ ਭੇਜ ਕੇ ਕਹਿੰਦਾ ਵੀ ਜਾਓ ਉਹਨਾਂ ਗੁਰਸਿੱਖਾਂ ਨੂੰ ਬਾਹਰ ਕੱਢੋ ਤੇ ਉਹਨਾਂ ਨੂੰ ਪੁੱਛੋ ਵੀ ਇਹ ਕੀ ਹੋਇਆ, ਸਾਡੇ ਪੁੱਤਰ ਨੂੰ ਕੋਈ ਦਵਾਈ ਨਹੀਂ ਲੱਗ ਰਹੀ, ਅਸੀਂ ਵੈਦ ਹਕੀਮ ਬੁਲਾ ਕੇ ਇਹਦਾ ਇਲਾਜ ਵੀ ਕਰਾ ਲਿਆ। ਤੇ ਬਾਬਾ ਸਾਵਣ ਮੱਲ ਜੀ ਨੂੰ ਪੁੱਛਿਆ ਗਿਆ, ਬਾਬਾ ਸਾਵਣ ਮੱਲ ਜੀ ਨੇ ਸੁਭਾਵਕ ਵਚਨ ਕੀਤਾ, ਕਹਿੰਦੇ ਠੀਕ ਤਾਂ ਹੋ ਜਾਵੇਗਾ ਤੇਰਾ ਪੁੱਤਰ, ਸਾਨੂੰ ਕੋਲ ਜਾਣਾ ਪਵੇਗਾ, ਰਾਜੇ ਨੂੰ ਜਾ ਕੇ ਹੁਕਮ ਕਰ ਦਿਓ ਉਹਦਾ ਪੁੱਤਰ ਠੀਕ ਹੋ ਜਾਵੇਗਾ, ਪਰ ਸਾਨੂੰ ਕੋਲ ਜਾਣਾ ਪਊ ਉਹਦੇ। ਹੁਣ ਜਿਹਦੇ ਪੁੱਤ ਨੂੰ ਬਿਮਾਰੀ ਲੱਗੀ ਹੋਵੇ, ਉਹ ਵੀ ਭਿਆਨਕ ਮਰਨ ਕਿਨਾਰੇ ਪਲੰਘ ਤੇ ਪਿਆ ਕਈ ਦਿਨਾਂ ਦਾ, ਉਹ ਕਹਿੰਦਾ ਜਲਦੀ ਦੇਣੇ ਲੈ ਕੇ ਆਓ ਉਹਨਾਂ ਨੂੰ। ਬਾਬਾ ਸਾਵਣ ਮੱਲ ਜੀ ਵਰਗੇ ਗਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ ਜੋ ਵੀ ਬਚਨ ਰਸਨਾ ਦੇ ਵਿੱਚੋਂ ਕੱਢੇਗਾ ਸੋਚ ਸਮਝ ਕੇ ਕੱਢੀ, ਉਹ ਪੂਰਾ ਵੀ ਹੋਵੇਗਾ। ਤੇ ਫਿਰ ਬਾਬਾ ਸਾਵਣ ਮੱਲ ਜੀ ਨੇ ਕਹਿੰਦੇ ਉਸ ਰਾਜੇ ਦੇ ਪੁੱਤ ਦੇ ਸਿਰ ਤੇ ਹੱਥ ਫੇਰ ਕੇ ਕਿਹਾ, ਕਹਿੰਦੇ ਰਾਜਾ ਗੁਰੂ ਨਾਨਕ ਜੀ ਇਹਦੇ ਤੇ ਰਹਿਮਤ ਕਰਨਗੇ, ਠੀਕ ਹੋ ਜਾਵੇਗਾ। ਮਾਫ ਕਰੋ, ਇੱਥੇ ਬਹੁਤਾ ਪਖੰਡਵਾਦ ਵੀ ਲਿਖਿਆ ਪਿਆ ਕਈ ਗ੍ਰੰਥਾਂ 'ਚ ਵੀ ਗੁਰੂ ਅਮਰਦਾਸ ਜੀ ਨੇ ਰੁਮਾਲ ਦਿੱਤਾ ਸੀ, ਉਹਨਾਂ ਨੇ ਰੁਮਾਲ ਭਿਉਂ ਕੇ ਮੂੰਹ ਤੇ ਫੇਰਤਾ। ਦੇਖੋ ਇਹ ਪਖੰਡਵਾਦ ਹੈ, ਇਹਨੂੰ ਅਸੀਂ ਸੱਚ ਨਹੀਂ ਮੰਨ ਸਕਦੇ। ਪਰ ਜੇ ਦੂਜੇ ਪਹਿਲੂ ਦੇਖੀਏ ਵੀ ਬਾਬਾ ਸਾਵਣ ਮੱਲ ਜੀ ਨੇ ਸਿਰ ਤੇ ਹੱਥ ਫੇਰ ਕੇ ਕਿਹਾ, ਕਹਿੰਦੇ ਗੁਰੂ ਨਾਨਕ ਰਹਿਮਤ ਕਰੇਗਾ ਇਹਨਾਂ
ਤੇ ਨਾਲ ਦੀ ਨਾਲ ਕਹਿੰਦੇ ਤੁਸੀਂ ਧਿਆਨ ਦੇ ਨਾਲ ਬਾਣੀ ਸੁਣੋ। ਅਸੀਂ ਬਾਣੀ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਇੱਕ ਓੰਕਾਰ ਤੋਂ ਲੈ ਕੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੱਕ, ਜਦੋਂ 38 ਦੀਆਂ 38 ਪੌੜੀਆਂ ਜਪਜੀ ਸਾਹਿਬ ਦਾ ਸੰਪੂਰਨ ਬਾਣੀ ਪੜ੍ਹ ਦਿੱਤੀ ਨਾ ਬਾਬਾ ਸਾਬਣ ਮੱਲ ਜੀ ਨੇ, ਕਹਿੰਦੇ ਰਾਜੇ ਦਾ ਪੁੱਤ ਜਿਹੜਾ ਕਈ ਦਿਨਾਂ ਦਾ ਪਲੰਘ ਤੇ ਪਿਆ ਸੀ ਉੱਠ ਕੇ ਬੈਠਾ ਹੋ ਗਿਆ ਤੇ ਬੈਠਾ ਹੋ ਕੇ ਕਹਿਣ ਲੱਗਿਆ ਆਪਦੇ ਪਿਤਾ ਨੂੰ, ਰਾਜੇ ਹਰੀ ਚੰਦ ਨੂੰ, ਹਰੀਪੁਰ ਵਾਲੇ ਰਾਜੇ ਨੂੰ, ਕਹਿੰਦਾ ਮੈਨੂੰ ਅੱਗੇ ਨਾਲੋਂ ਸਿਹਤ ਦੇ ਵਿੱਚ ਫਰਕ ਲੱਗਦਾ ਹੈ। ਹੌਲੀ ਹੌਲੀ ਸਮਾਂ 1-2 ਦਿਨਾਂ ਦੇ ਵਿੱਚ 4 ਦਿਨ ਜੋ ਲੰਘੇ, ਹੌਲੀ ਹੌਲੀ ਗੁਰੂ ਨਾਨਕ ਜੀ ਦੀ ਕਿਰਪਾ ਹੋਈ ਤੇ ਠੀਕ ਹੋ ਗਿਆ, 9/9 ਹੋ ਗਿਆ, ਤੰਦਰੁਸਤ ਹੋ ਗਿਆ। ਫਿਰ ਉਹ ਰਾਜੇ ਨੇ ਬਾਬਾ ਸਾਬਣ ਮੱਲ ਜੀ ਤੋਂ ਨਾਲੇ ਤਾਂ ਮਾਫੀ ਮੰਗੀ ਕੈਦ ਦੇ ਵਿੱਚ ਪਾਉਣ ਦੀ, ਜੇਲ੍ਹ ਦੇ ਵਿੱਚ ਦੇਣ ਦੀ, ਵੀ ਮੈਥੋਂ ਬੜੀ ਵੱਡੀ ਭੁੱਲ ਹੋ ਗਈ ਸੀ, ਮੈਂ ਤੁਹਾਨੂੰ ਜੇਲ੍ਹ ਵਿੱਚ ਕੀਤਾ, ਪਰ ਤੁਹਾਡੀ ਗੱਲ ਸੱਚ ਸੀ, ਜਿਹੜਾ ਮੈਂ ਵਰਤ ਪੁੰਨ ਕੁਛ ਵੀ ਕਰਦਾ ਸੀ ਉਹ ਤਾਂ ਮੇਰੇ ਕੰਮ ਨਹੀਂ ਆਇਆ, ਤੁਹਾਡੇ ਗੁਰੂ ਨਾਨਕ ਜੀ ਦੀ ਬਾਣੀ ਮੇਰੇ ਪੁੱਤਰ ਨੂੰ ਠੀਕ ਕਰਨ ਵਿੱਚ ਕੰਮ ਆ ਗਈ। ਤੇ ਫਿਰ ਸਤਿਗੁਰਾਂ ਜੀ ਦੇ ਪਿਆਰੇ ਬਾਬਾ ਸਾਬਣ ਮੱਲ ਜੀ ਨੂੰ ਰਾਜਾ ਕਹਿਣ ਲੱਗਿਆ ਤੁਸੀਂ ਹੁਣ ਮੈਨੂੰ ਆਉਣ ਦਾ ਕਾਰਨ ਦੱਸੋ, ਇੱਥੇ ਆਏ ਕੀ ਕਰਨ ਸੀ ਤੁਸੀਂ? ਤੇ ਕਾਰਨ ਹੁਣ ਦੱਸਿਆ ਗਿਆ, ਕਹਿੰਦੇ ਵੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਨਗਰ ਵਸਾ ਰਹੇ ਆ ਨਵਾਂ, ਉੱਥੇ ਗੁਰੂ ਨਾਨਕ ਜੀ ਦੀ ਗੁਰਤਾ ਗੱਦੀ ਤੇ ਤੀਜੇ ਪਾਤਸ਼ਾਹ ਸੁਭਾਏਮਾਨ ਨੇ ਗੁਰੂ ਅਮਰਦਾਸ ਜੀ, ਉਹਨਾਂ ਨੇ ਇੱਕ ਸੰਗਤ ਦੇ ਬੈਠਣ ਵਾਸਤੇ ਬੜਾ ਵੱਡਾ ਮਕਾਨ ਬਣਾਉਣਾ ਹੈ, ਹਾਲ ਕਮਰਾ ਕਹਿ ਲਈਏ ਜਿਵੇਂ ਆਪਾਂ, ਕਹਿੰਦੇ ਵੀ ਉੱਥੇ ਲੱਕੜ ਦੀ ਬੜੀ ਜ਼ਰੂਰਤ ਹੈ ਰਾਜਾ, ਤੇ ਤੇਰੇ ਇਲਾਕੇ ਦੇ ਵਿੱਚ ਲੱਕੜ ਬਹੁਤ ਜ਼ਿਆਦਾ ਹੈ, ਸਾਨੂੰ ਇੱਥੋਂ ਲੱਕੜ ਲੈਣ ਵਾਸਤੇ ਆਏ ਸੀ ਅਸੀਂ। ਤੇ ਰਾਜੇ ਨੇ ਕਹਿੰਦੇ ਆਪਦੇ ਸਿਪਾਹੀਆਂ ਨੂੰ, ਆਪਦੇ ਸਾਰਿਆਂ ਨੂੰ, ਅਹਿਲਕਾਰਾਂ ਨੂੰ, ਸਭਨਾਂ ਨੂੰ ਨਾਲ ਦੀ ਨਾਲ ਹੁਕਮ ਲਾ ਦਿੱਤਾ, ਕਹਿੰਦਾ ਵੀ ਜਿੰਨੀ ਲੱਕੜ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਲੋੜ ਹੈ ਦਰਿਆ ਦੇ ਵਿੱਚ ਰੋੜ ਕੇ ਉੱਥੇ ਭੇਜੀ ਜਾਵੇ। ਲੱਕੜ ਇਕੱਠੀ ਕਰਕੇ ਬੰਨ੍ਹ ਲਈ ਜਾਂਦੀ ਸੀ, ਸਤਲੁਜ ਨਦੀ ਉੱਥੋਂ ਪਹਾੜੀ ਇਲਾਕੇ ਦੇ ਵਿੱਚੋਂ ਚੱਲ ਕੇ ਗੋਇੰਦਵਾਲ ਸਾਹਿਬ ਵੱਲ ਆਉਂਦੀ ਸੀ, ਉਹਦੇ ਵਿੱਚ ਤੈਰ ਦਿੱਤੀ ਜਾਂਦੀ ਸੀ, ਤੇ ਇੱਧਰੋਂ ਗੁਰਸਿੱਖਾਂ ਵੱਲੋਂ ਲੱਕੜ ਬਾਹਰ ਕੱਢ ਕੇ ਉਹਦੀ ਸਾਰੀ ਵਰਤੋਂ ਕੀਤੀ ਗਈ ਤੇ ਇੱਕ ਬੜਾ ਵੱਡਾ ਦਰਬਾਰ ਬਣਵਾਇਆ ਗਿਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ। ਤੇ ਫਿਰ ਸਤਿਗੁਰੂ ਜੀ ਦੇ ਉਸ ਪਿਆਰੇ ਬਾਬਾ ਸਾਬਣ ਮੱਲ ਜੀ ਦੇ ਥੋੜ੍ਹਾ ਜਿਹਾ ਮਨ ਦੇ ਵਿੱਚ ਹੰਕਾਰ ਹੋ ਗਿਆ ਸੀ। ਦੇਖੋ ਇਸ ਗੱਲ ਨੂੰ ਨੋਟ ਕਰਿਓ, ਬਾਬਾ ਸਾਬਣ ਮੱਲ ਜੀ ਦੇ ਮਨ ਦੇ ਵਿੱਚ ਹੰਕਾਰ ਹੋ ਗਿਆ ਵੀ ਮੇਰੇ ਕੋਲ ਤਾਂ ਸਾਰਾ ਕੁਝ ਹੀ ਹੈ, ਜਿਹੜੀ ਗੱਲ ਮੈਂ ਮੂੰਹੋਂ ਕੱਢਦਾ ਮੇਰੀ ਪੂਰੀ ਹੋਣ ਲੱਗ ਪਈ, ਹਉਮੈ ਹੋ ਗਈ ਮਨ ਦੇ ਵਿੱਚ। ਤੇ ਕਹਿੰਦੇ ਉਹਦਾ ਗੁਰੂ ਦਰ ਵੱਲ ਵਾਪਸ ਹੀ ਨਹੀਂ ਮੁੜਿਆ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੀ ਸ਼ਕਤੀ, ਜਿਹੜੀ ਪਾਵਰ, ਜਿਹੜੀ ਕਿਰਪਾ, ਉਹਨੂੰ ਵਾਪਸ ਲੈ ਲਿਆ। ਕਹਿੰਦੇ ਗੁਰੂ ਅਮਰਦਾਸ ਜੀ ਨੂੰ ਜਦੋਂ ਪਤਾ ਚੱਲਿਆ ਨਾ ਵੀ ਸਿੱਖ ਦੇ ਮਨ 'ਚ ਹਉਮੈ ਹੋ ਗਈ, ਹੰਕਾਰ ਹੋ ਗਿਆ, ਹੁਣ ਜਿਹੜਾ ਸਿਰ 'ਤੇ ਹੱਥ ਫੇਰ ਕੇ ਜਾਂ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਪਾਵਰ ਮਿਲਦੀ ਸੀ, ਉਹ ਸਾਰੀ ਦੀ ਸਾਰੀ ਗੁਰੂ ਅਮਰਦਾਸ ਜੀ ਨੇ ਇੱਕ ਵਾਰ ਪਾਵਰ ਵਾਪਸ ਲੈ ਲਈ। ਤੇ ਨਾਲ ਦੀ ਨਾਲ ਉਹ ਸਧਾਰਨ ਬਣ ਗਿਆ। ਸਧਾਰਨ ਹੋਣ ਕਰਕੇ ਕੋਈ ਗੱਲ ਪੂਰੀ ਨਾ ਹੋਈ। ਤੇ ਇਹਨਾਂ ਦਿਨਾਂ ਦੇ ਵਿੱਚ ਰਾਜਾ ਹਰੀ ਚੰਦ ਵੀ, ਹਰੀਪੁਰ ਵਾਲਾ, ਉਹਦੇ ਮਨ ਦੇ ਵਿੱਚ ਵੀ ਇਹ ਸੀ ਵੀ ਮੈਂ ਵੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਆਵਾਂ। ਹੁਣ ਬਾਬਾ ਸਾਬਣ ਮੱਲ ਜੀ ਨੇ ਭੁੱਲ ਬਖਸ਼ਾਉਣੀ ਸੀ ਆ ਕੇ। ਤੇ ਰਾਜਾ ਹਰੀ ਚੰਦ ਕਹਿਣ ਲੱਗਿਆ, ਕਹਿੰਦਾ ਵੀ ਗੁਰਸਿੱਖਾ ਸਾਬਣ ਮੱਲ ਜੀ, ਜੇ ਤੁਸੀਂ ਕਹੋ ਤਾਂ ਆਪਾਂ ਗੁਰੂ ਅਮਰਦਾਸ ਜੀ ਦੇ ਕੋਲ ਚੱਲੀਏ, ਗੋਇੰਦਵਾਲ ਸਾਹਿਬ ਚੱਲੀਏ। ਤੇ ਬਾਬਾ ਸਾਬਣ ਮੱਲ ਜੀ ਕਹਿੰਦੇ ਚਲੋ। ਸਾਰੇ ਤਿਆਰ ਹੋ ਕੇ ਗੁਰੂ ਸਾਹਿਬ ਜੀ, ਉਹਨਾਂ ਦਿਨਾਂ ਦੇ ਵਿੱਚ ਲੱਕੜ ਉੱਥੋਂ ਪਹੁੰਚ ਚੁੱਕੀ ਸੀ ਤੇ ਤਿਆਰ ਹੋ ਚੁੱਕਿਆ ਸੀ ਗੁਰੂ ਸਾਹਿਬ ਜੀ ਦੀ ਸੰਗਤ ਦੇ ਬੈਠਣ ਵਾਸਤੇ ਦਰਬਾਰ ਬੜਾ ਸੋਹਣਾ। ਤੇ ਬਾਬਾ ਸਾਬਣ ਮੱਲ ਜੀ ਦੇ ਨਾਲ ਹੁਣ ਰਾਜਾ ਆਇਆ ਹਰੀ ਚੰਦ, ਹਰੀਪੁਰ ਵਾਲਾ, ਨਾਲ ਉਹਦੀਆਂ ਕਹਿੰਦੇ 7 ਰਾਣੀਆਂ ਆਈਆਂ। 7 ਵਿਆਹ ਸੀ ਹਰੀ ਚੰਦ ਦੇ, ਰਾਜੇ ਦੇ, ਤੇ 7 ਰਾਣੀਆਂ ਨਾਲ ਨੇ। ਤੇ ਬੜਾ ਚਹਿਲ ਪਹਿਲ ਤੇ ਆਪਦਾ ਸਾਰਾ ਸਾਜੋ ਸਮਾਨ ਲੈ ਕੇ ਰਥਾਂ ਤੇ ਚੜ੍ਹ ਕੇ ਆਏ, ਘੋੜਿਆਂ ਤੇ ਆਏ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਕੋਲ ਜਦੋਂ ਗੁਰੂ ਘਰ ਵਿੱਚ ਪਹੁੰਚੇ ਆ ਨਾ, ਤੇ ਸਤਿਗੁਰਾਂ ਦਾ ਇੱਕ ਹੁਕਮ ਸੀ ਵੀ ਇੱਕ ਤਾਂ ਸਾਡੇ ਦਰਬਾਰ ਦੇ ਵਿੱਚ ਜਿਸ ਕਿਸੇ ਬੀਬੀ ਭੈਣ ਨੇ ਜਾਂ ਵੀਰ ਨੇ ਆਉਣਾ, ਸਾਦੇ ਰੂਪ ਦੇ ਵਿੱਚ ਆਉਣਾ। ਇੱਕ ਗੱਲ ਨੂੰ ਮੇਰੀ ਨੂੰ ਹੋਰ ਨੋਟ ਕਰਿਓ ਭੈਣੋ, ਸਤਿਕਾਰਯੋਗ ਹੈ ਗੁਰੂ ਕੀ ਸੰਗਤ, ਜਦੋਂ ਗੁਰੂ ਨਾਨਕ ਦੇ ਦਰਬਾਰ 'ਚ ਆਉਣਾ ਹੋਵੇ ਨਾ, ਉਦੋਂ ਸਾਦੇ ਰੂਪ 'ਚ ਆਈਂਦਾ। ਕਦੇ ਵੀ ਸੁਰਖੀ ਪਾਊਡਰ ਲਾ ਕੇ, ਬਿੰਦੀਆਂ ਟਿੱਕੇ ਲਾ ਕੇ, ਜਾਂ ਵੀਰਾਂ ਨੂੰ ਕਹਾਂ ਕਦੇ ਵੀ ਟੌਰ ਫੌਰ ਲਾ ਕੇ ਗੁਰੂ ਦਰਬਾਰ 'ਚ ਨਹੀਂ ਆਈਂਦਾ ਹੁੰਦਾ। ਸਾਦਾ ਰੂਪ ਕਹਿਣ ਦਾ ਭਾਵ ਕੱਪੜੇ ਵਸਤਰ ਪਾਉਣੇ ਆ ਜਿਹੜੇ ਉਹ ਤਾਂ ਪਹਿਨਣੇ ਹੀ ਹੈ, ਤਾਂ ਸਾਦੇ ਰੂਪ 'ਚ ਆਉਣਾ। ਕਦੇ ਵੀ ਹਾਰ ਸ਼ਿੰਗਾਰ ਕਰਕੇ ਗੁਰੂ ਨਾਨਕ ਦੇ ਘਰ ਨਹੀਂ ਆਈਂਦਾ ਹੁੰਦਾ। ਦੂਸਰੀ ਗੱਲ ਨੂੰ ਨੋਟ ਕਰਿਓ,
ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਬੀਬੀਆਂ ਕਈ ਮੈਂ ਦੇਖੀਆਂ ਪੱਲਾ ਕਰ ਲੈਂਦੀਆਂ, ਤੇ ਗੁਰੂ ਨਾਨਕ ਦੇ ਘਰ ਆ ਕੇ ਕਦੇ ਪੱਲਾ ਨਹੀਂ ਕਰੀਦਾ ਹੁੰਦਾ। ਇੱਥੇ ਆਪਾਂ ਭੈਣਾਂ ਭਰਾਵਾਂ ਰੂਪ ਦੇ ਵਿੱਚ ਆ, ਜਦੋਂ ਦਰਬਾਰ ਦੇ ਵਿੱਚ ਬੈਠ ਗਏ ਗੁਰੂ ਨਾਨਕ ਜੀ ਦੇ ਪੁੱਤ ਬੈਠਿਆ, ਗੁਰੂ ਨਾਨਕ ਦੀਆਂ ਹੀ ਧੀਆਂ ਬੈਠੀਆਂ। ਹੁਣ ਕੀ ਹੋਇਆ ਰਿਸ਼ਤਾ ਦੇਖੋ, ਬਾਹਰ ਦਰਬਾਰ ਤੋਂ ਬਾਹਰ ਰਿਸ਼ਤਾ ਸਭ ਕੁਝ ਹੈ ਸਾਡਾ, ਪਰ ਗੁਰੂ ਨਾਨਕ ਦੇ ਦਰਬਾਰ 'ਚ ਆ ਕੇ ਅਸੀਂ ਇੱਕ ਸੰਗਤ ਰੂਪ ਦੇ ਵਿੱਚ ਆ, ਭੈਣਾਂ ਭਰਾਵਾਂ ਦੇ ਰੂਪ ਦੇ ਵਿੱਚ ਬੈਠੇ ਆ। ਇੱਥੇ ਪੱਲਾ ਨਹੀਂ ਕਰੀਦਾ ਗੁਰੂ ਨਾਨਕ ਦੇ ਘਰੇ ਆ ਕੇ। ਕਈ ਭੈਣਾਂ ਮੈਂ ਦੇਖੀਆਂ ਸੰਗਤ ਦੇ ਵਿੱਚ ਬੈਠ ਕੇ ਨਾ ਪੱਲਾ ਕਰ ਲੈਂਦੀਆਂ ਵੀ ਵੱਡੇ ਬੈਠੇ ਆ ਸਾਡੇ ਨਾਲੋਂ, ਇਹ ਤੇ ਭਰਾਵਾਂ ਰੂਪ ਦੇ ਵਿੱਚ ਬੈਠੇ ਆ, ਜੋ ਵੀ ਮਰਜ਼ੀ ਹੈ। ਪਰ ਗੁਰੂ ਨਾਨਕ ਦੇ ਘਰੇ ਪੱਲਾ ਨਹੀਂ ਕਰਨਾ ਕਦੇ ਵੀ। ਇੱਕ ਹਾਰ ਸ਼ਿੰਗਾਰ ਨਹੀਂ ਲਾ ਕੇ ਆਉਣਾ, ਦੂਸਰਾ ਪੱਲਾ ਨਹੀਂ ਕਰਕੇ ਬਹਿਣਾ ਗੁਰੂ ਨਾਨਕ ਦੇ ਘਰੇ। ਤੇ ਫਿਰ ਕੀ ਹੋਇਆ, ਗੁਰੂ ਅਮਰਦਾਸ ਜੀ ਦੇ ਜਦੋਂ ਦਰਬਾਰ ਕੋਲ ਪਹੁੰਚੇ ਨਾ, ਤੇ ਸਤਿਗੁਰਾਂ ਦਾ ਇੱਕ ਹੁਕਮ ਸੀ ਵੀ ਇੱਕ ਤਾਂ ਇੱਥੇ ਸਾਡੇ ਦਰਬਾਰ ਦੇ ਵਿੱਚ ਰੰਗਦਾਰ ਕੱਪੜੇ ਪਾ ਕੇ ਨਾ ਕੋਈ ਆਵੇ, ਜਿਹੜਾ ਮਨ ਨੂੰ ਭੜਕਣਾ ਮਿਲੇ ਜਿਹੜੇ ਦੇ ਨਾਲ। ਗੁਰੂ ਅਮਰਦਾਸ ਜੀ ਦਾ ਇਹ ਹੁਕਮ ਸੀ ਉਸ ਟਾਈਮ ਤੇ ਸੰਗਤ ਨੂੰ। ਚਿੱਟੇ ਵਸਤਰਾਂ ਦੇ ਵਿੱਚ ਆਉਣਾ ਜਿਹਨੇ ਆਉਣਾ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਦੇ ਘਰੇ। ਦੂਸਰਾ ਮਹਾਰਾਜ ਜੀ ਕਹਿੰਦੇ ਇੱਥੇ ਪੱਲਾ ਨਹੀਂ ਕਰਨਾ ਕਿਸੇ ਬੀਬੀ ਭੈਣ ਨੇ ਦਰਬਾਰ 'ਚ ਆ ਕੇ। ਤੇ ਰਾਜੇ ਹਰੀ ਚੰਦ ਦੇ ਸਾਰੇ ਪਰਿਵਾਰ ਨੇ, ਸੱਤੇ ਰਾਣੀਆਂ ਨੇ ਕਹਿ ਲਈਏ, ਜਿੰਨੇ ਨਾਲ ਹੋਰ ਸਿਪਾਹੀ ਵਗੈਰਾ ਸੈਨਾਪਤੀ ਹੋਰ ਆਏ, ਸਾਰਿਆਂ ਨੇ ਕਹਿੰਦੇ ਚਿੱਟੇ ਵਸਤਰ ਪਹਿਨ ਲਏ। ਤੇ ਗੁਰੂ ਅਮਰਦਾਸ ਜੀ ਦਾ ਪਹਿਲਾ ਹੁਕਮ ਮੰਨਿਆ, ਪਹਿਲਾਂ ਪੰਗਤ ਫਿਰ ਸੰਗਤ। ਇਹ ਵੀ ਗੁਰੂ ਜੀ ਦਾ ਹੁਕਮ ਸੀ ਵੀ ਪਹਿਲਾਂ ਪੰਗਤ ਦੇ ਵਿੱਚ ਜਾਓ, ਉੱਥੇ ਬੈਠ ਕੇ ਸੰਗਤ ਦੇ ਵਿੱਚ ਬੈਠ ਕੇ ਇੱਕੋ ਤੱਪੜ ਤੇ ਕਹਿ ਲਈਏ ਜਾਂ ਇੱਕੋ ਪੰਗਤ ਦੇ ਵਿੱਚ ਕਹਿ ਲਈਏ ਪ੍ਰਸ਼ਾਦਾ ਛਕ ਕੇ ਫਿਰ ਦਰਬਾਰ 'ਚ ਆਇਓ, ਕਿਉਂਕਿ ਮਨ ਦੀ ਮੈਲ ਉਤਰ ਜੇ। ਉੱਥੇ ਵੱਡੇਪਨ ਵਾਲਾ ਜਾਂ ਛੋਟੇਪਨ ਵਾਲਾ ਖਤਮ ਹੋ ਜੇ ਸਿਸਟਮ, ਉੱਥੇ ਜਾਤ ਪਾਤ ਵਾਲਾ ਸਿਸਟਮ ਮਨ 'ਚੋਂ ਮੁੱਕ ਜਾਵੇ, ਫਿਰ ਗੁਰੂ ਦਰਸ਼ਨ ਕਰ ਦਿੰਦੇ ਸੀ। ਤੇ ਰਾਜੇ ਨੇ ਇਦਾਂ ਹੀ ਕੀਤਾ, ਪਹਿਲਾਂ ਪ੍ਰਸ਼ਾਦਾ ਪਾਣੀ ਛਕਿਆ, ਰਾਣੀਆਂ ਨੇ ਪ੍ਰਸ਼ਾਦਾ ਪਾਣੀ ਲੰਗਰ 'ਚੋਂ ਛਕਿਆ, ਹੋਰ ਸਾਰਿਆਂ ਨੇ ਛਕ ਕੇ ਜਦੋਂ ਗੁਰੂ ਸਾਹਿਬ ਕੋਲ ਗਏ, ਚਿੱਟੇ ਵਸਤਰ ਪਹਿਨੇ ਹੋਇਆ ਸਾਰੇ ਜਾ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਨਮਸਕਾਰ ਕਰਕੇ ਰਾਜਾ ਇੱਕ ਪਾਸੇ ਬੈਠ ਗਿਆ, ਨਾਲ ਰਾਣੀਆਂ ਬੈਠ ਗਈਆਂ। ਜਿਹੜੀ 7ਵੀਂ ਰਾਣੀ ਸੀ ਨਾ, ਗੁਰੂ ਸਾਹਿਬ ਜੀ ਕਹਿੰਦੇ ਇਤਿਹਾਸ ਦੇ ਵਿੱਚੋਂ ਲਿਖਿਆ ਮਿਲਦਾ, ਕਹਿੰਦੇ ਜਿਹੜੀ 7ਵੀਂ ਰਾਣੀ ਸੀ ਉਹਨੇ ਪੱਲਾ ਕਰ ਲਿਆ, ਘੁੰਡ ਕੱਢ ਲਿਆ ਗੁਰੂ ਸਾਹਿਬ ਤੋਂ। ਜਾਂ ਐਂ ਕਹਿ ਲਈਏ ਜਿਹੜੇ ਸਿਆਣੇ ਬੈਠੇ ਸੀ ਵਿੱਚ ਪੁਰਸ਼, ਉਹਨਾਂ ਸਾਰਿਆਂ ਤੋਂ ਪੱਲਾ ਕਰ ਲਿਆ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਸੀ ਵੀ ਦਰਬਾਰ 'ਚ ਕੋਈ ਵੀ ਬੀਬੀ ਭੈਣ ਪੱਲਾ ਕਰਕੇ ਨਾ ਆਵੇ, ਮੇਰੀਆਂ ਧੀਆਂ ਸਮਾਨ ਹੈ ਸਾਰੀਆਂ। ਤੇ ਜਦੋਂ ਪੱਲਾ ਕਰ ਲਿਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੱਕਿਆ ਵੀ 7 ਰਾਣੀਆਂ ਬੈਠੀਆਂ ਰਾਜੇ ਦੀਆਂ, ਰਾਜਾ ਆਪ ਬੈਠਾ, ਹੋਰ ਪ੍ਰਜਾ ਬੜੀ ਬੈਠੀ ਆ, ਤੇ 7ਵੀਂ ਰਾਣੀ ਨੇ ਪੱਲਾ ਕੀਤਾ ਹੋਇਆ। ਤੇ ਗੁਰੂ ਅਮਰਦਾਸ ਜੀ ਕਹਿੰਦੇ ਇਹ ਕੀ ਕਰਨ ਆਈ ਹੈ ਇੱਥੇ? ਜੇ ਇਹਨੇ ਗੁਰੂ ਤੋਂ ਪੱਲਾ ਹੀ ਕਰਨਾ ਸੀ, ਸੰਗਤ ਤੋਂ ਪੱਲਾ ਹੀ ਕਰਨਾ ਸੀ, ਇਹ ਕਮਲੀ ਇੱਥੇ ਕੀ ਕਰਦੀ ਆ? ਜਦੋਂ ਗੁਰੂ ਅਮਰਦਾਸ ਜੀ ਨੇ ਇੰਨਾ ਬਚਨ ਕੀਤਾ, ਕਹਿੰਦੇ ਉੱਠ ਕੇ ਚੀਕਾਂ ਮਾਰਨ ਲੱਗ ਪਈ ਉਹ ਰਾਣੀ, ਤੇ ਬਾਹਰ ਵੱਲ ਦੌੜ ਗਈ ਕਹਿੰਦੇ ਉੱਠ ਕੇ, ਤੇ ਜੰਗਲਾਂ ਦੇ ਵਿੱਚ ਚਲੀ ਗਈ। ਕਮਲੀ ਹੋ ਗਈ, ਕਹਿਣ ਦਾ ਭਾਵ ਪਾਗਲ ਹੋ ਗਈ ਦਿਮਾਗੀ ਤੌਰ ਤੇ। ਤੇ ਜਦੋਂ ਕਹਿੰਦੇ ਪਾਗਲ ਹੋ ਗਈ, ਜੰਗਲ ਵੱਲ ਦੌੜ ਗਈ। ਤੇ ਇੱਥੇ ਫਿਰ ਸਾਬਣ ਮੱਲ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆਏ ਸੀ ਲੈ ਕੇ ਰਾਜੇ ਨੂੰ। ਉਹਨਾਂ ਨੇ ਵੀ ਬੇਨਤੀ ਕੀਤੀ, ਕਹਿੰਦੇ ਜੀ ਇਹ ਰਾਣੀ ਦਾ ਹੁਣ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਸਮਾਂ ਆਵੇਗਾ, ਸਾਡਾ ਇੱਕ ਗੁਰਸਿੱਖ ਸਾਡੀ ਸੰਗਤ ਦੇ ਵਿੱਚ ਸੇਵਾ ਕਰ ਰਿਹਾ ਹੈ, ਸਮਾਂ ਆਉਣ ਤੇ ਉਹ ਗੁਰਸਿੱਖ ਦੇ ਹੱਥੋਂ ਇਹ ਪਰਉਪਕਾਰ ਹੋਵੇਗਾ, ਇਹ ਠੀਕ ਹੋ ਜਾਵੇਗੀ। ਗੁਰੂ ਅਮਰਦਾਸ ਜੀ ਨੇ ਬਚਨ ਵੀ ਕਰ ਦਿੱਤਾ, ਕਹਿੰਦੇ ਸਾਡਾ ਇੱਕ ਗੁਰਸਿੱਖ ਹੈ, ਸੰਗਤ ਦੇ ਵਿੱਚ ਸੇਵਾ ਕਰ ਰਿਹਾ ਹੈ, ਇੱਕ ਦਿਨ ਇਹ ਪਰਉਪਕਾਰ ਹੋ ਜਾਵੇਗਾ, ਉਹਦੇ ਹੱਥੋਂ ਅਸੀਂ ਉਹਨੂੰ ਵਡਿਆਈ ਬਖਸ਼ਾਂਗੇ, ਇਹ ਰਾਣੀ ਨੇ ਠੀਕ ਵੀ ਹੋ ਜਾਣਾ ਹੈ, ਪਰ ਅਜੇ ਨਹੀਂ ਸਮਾਂ ਹੈਗਾ, ਅਜੇ ਇਹ ਇੱਦਾਂ ਹੀ ਇਹਨੂੰ ਭਟਕਣ ਦੇ ਨੇ ਗਲਤੀ ਕੀਤੀ ਹੈ ਗੁਰੂ ਦਰਬਾਰ 'ਚ ਆਉਣ ਦੇ ਲਈ। ਤੇ ਦੂਸਰਾ ਫਿਰ ਸਾਬਣ ਮੱਲ ਨੂੰ ਮਹਾਰਾਜ ਜੀ ਕਹਿੰਦੇ, ਸਾਬਣ ਮੱਲ ਜੀ ਤੁਹਾਡੇ ਵੀ ਮਨ ਦੇ ਵਿੱਚ ਹੰਕਾਰ ਹੋ ਗਿਆ ਸੀ, ਹੁਣ ਜਾਣੀ ਜਾਣ ਪਾਤਸ਼ਾਹ ਤੋਂ ਕੀ ਲੁਕੋ ਸਕਦੇ ਹਾਂ? ਦੇਖੋ ਆਪਣੇ ਮਨ ਦੇ ਵਿੱਚ ਹੁੰਦਾ ਨਾ ਵੀ ਅਸੀਂ ਲੁਕੋ ਲਿਆ, ਦੁਨੀਆ ਤੋਂ ਲੁਕੋ ਲਾਂਗੇ ਗੱਲ ਸੰਗਤ ਜੀ, ਪਰ ਆਹ ਗੁਰੂ ਨਾਨਕ ਪਾਤਸ਼ਾਹ ਤੋਂ ਨਹੀਂ ਲੁਕੋ ਸਕਦੇ ਕਦੇ ਵੀ। ਕਿਉਂ? ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰਾਂ ਨੂੰ ਇਹ ਵਡਿਆਈ ਹੈ, ਆਹ ਵਡਿਆਈ ਹੈ ਗੁਰੂ ਪਾਤਸ਼ਾਹ ਜੀ ਦੀ, ਉਹ ਅੰਦਰ ਦੀਆਂ ਗੱਲਾਂ ਨੂੰ ਜਾਣਦੇ ਆ, ਉਹਨਾਂ ਤੋਂ ਕੀ ਲੁਕੋਵਾਂਗੇ? ਤੇ ਸਾਬਣ ਮੱਲ ਜੀ ਨੂੰ ਕਹਿੰਦੇ ਤੂੰ ਵੀ ਲੁਕੋ ਰੱਖਦਾ ਹੈ, ਤੂੰ ਵੀ ਭਾਈ ਮਨ ਦੇ ਵਿੱਚ ਹੰਕਾਰ ਕਰਨ ਲੱਗ ਪਿਆ ਵੀ ਆਪਾਂ ਨੂੰ ਹੁਣ ਗੁਰੂ ਅਮਰਦਾਸ ਜੀ ਕੋਲ ਜਾਣ ਦੀ ਕੀ ਲੋੜ ਹੈ, ਆਪਣੇ ਕੋਲ ਤਾਂ ਸਾਰੀਆਂ ਸ਼ਕਤੀਆਂ ਪਾਵਰਾਂ ਗੁਰੂ ਨੇ ਆਪਾਂ ਨੂੰ ਹੀ ਬਖਸ਼ੀਆਂ, ਤੇ ਹੁਣ ਸਾਰਾ ਕੁਝ ਆਪਾਂ ਇੱਥੇ ਬੈਠੇ ਕਰੀ ਜਾਂਦੇ, ਆਪਣੀ ਵਧੀਆ ਸੇਵਾ ਹੁੰਦੀ ਹੈ, ਵਧੀਆ ਲੋਕ ਆਪਣਾ ਸਤਿਕਾਰ ਕਰਦੇ ਆ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਫੜ ਲਏ ਬਾਬਾ ਸਾਬਣ ਮੱਲ ਜੀ ਨੇ, ਸੱਚੇ ਪਾਤਸ਼ਾਹ
मेरे तो भुल बड़ी वड्डी हो गई। जिहड़ा हौमा लै बैठा मन दे विच, हंकार मन दे विच खड़ा हो गया जिहड़ा, ते महाराज जी ने फिर बख्शिश कर दी। कहंदे चंगा सावण मल जी, अज तो बाद ये काम नहीं करना, हौमै नहीं अंदर लैके आउणी मन दे विच। गुरु जो करदा है चंगा करदा, गुरु की किरपा नाल हुंदा जो हुंदा है, तेरे हंकार नाल नहीं कदे होना। फिर गुरु ने किरपा भी कर दी सी। गुरु पातशाह जी ने बाबा सावण मल जी नूं हरीपुर वाला सारा इलाका ही बख्शिया। कहंदे जा उधर जाके सिੱਖੀ ਦਾ प्रचार कर भाई, ते उत्थे सिੱਖੀ दे नाल गुरसिख संगतां नूं जोड़न दी तूं ये सेवा निभाउणी है। ये बाबा सावण मल जी ने फिर हरीपुर वल संगत की सेवा की। कल नूं आपां बेनती करांगे अगला इतिहास दे विचों वो राजे दी राणी जिहड़ी सतवीं पागल हो के दौड़ गई ना जंगल दे वल, ਉਹਦੇ ते गुरु अमरदास जी की किवें किरपा हुई। कल नूं मैं आप जी दे नाल ये इतिहास गुरु किरपा करे साझा करन दी कोशिश करांगा गुरु की किरपा दे नाल। ਇੰਨੀਆਂ ਕ ਬੇਨਤੀਆਂ ਅੱਜ ਦੀਆਂ ਜ਼ਰੂਰ ਪ੍ਰਵਾਨ ਕਰਿਓ। मैं दोबारा एक सिखां ਦੀਆਂ ਧੀਆਂ ਨੂੰ ਇੱਕ ਬੇਨਤੀ ਹੋਰ ਕਰ ਲਵਾਂ। गुरु जी की बाणी दे नाल जे जुड़े हुए हो ना, गुरु नानक नूं मनदे हो जे खास करके, तो गुरु का मैं अज वचन गुरबाणी चो पढ़ के सुना दिता, दोबारा फिर पढ़ के सुना दिना। कल नूं करवा चौथ दे वरत है, सिखां दीआं धीआं दा कोई संबंध नहीं उहदे नाल। खास करके देखो दूजियां धीआं भैणां दूजे धर्म नाल, हिंदू धर्म नाल रिलेटड है, उन्हां दी असीं विरोधता नहीं करते, चलो उन्हां दे धर्म अनुसार है। साडे धर्म दे विच इह कुछ नहीं है। महाराज जी ने कहा छोड़ा है अन्न करे हे पखंड, ना सुहागण ना उरंड। हुण तुसीं आप हिसाब ला लिओ भैणों, उस दिन वरत नहीं हुंदा, उस दिन तो दुनिया का सब तो वध खाधा जाता है। साल भर दा तुसीं सोच के देख लिओ वरत काहदा हुंदा है। साल भर का सब तो वध खाण वाला दिन वो हुंदा, तुसीं भावें नोट कर लिओ। मेरे नाल तो सारे सत्कारयोग बैठे हो। इस करके बेनती है, जो गुरु नानक जी ते भरोसा है फिर नहीं ये काम विच पैना। असी रहो विचार। इन्नियां क बेनतियां जरूर प्रवान करियो जी। बोलदियां तो बड़ियां त्रुटियां भुल्लां गलतियां, गुरु की संगत के शान के खिलाफ कोई शब्द बोलिया जाता है, जां गुरु पातशाह की शान के खिलाफ कोई शब्द बोलदियां तो बोलिया जाता है, जाने अणजाने होइयां भुल्लां दी आप संगत ने माफ़ी बख्शणी। धन गुरु ग्रंथ साहिब महाराज जी आप जी के दरबार की सेवा की आ। सेवा करदियां तो होइयां भुल्लां दी पातशाह माफ़ी देनी जी, अगे तो समत देनी। सारी संगत भाई गज के बुलाओ फतेह जी। आखो वाहिगुरु जी का खालसा, वाहिगुरु जी की फतेह।